ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਬੁਲੇਟਿਨ। ਮੈਂ ਇਸ ਸਮੇਂ ਐਨਐਫਸੀਆਈ ਚ ਮੌਜੂਦ ਹਾਂ, ਜਿੱਥੇ ਕਿ ਚਟਨੀਜ਼ ਦੇ ਵੇਰੀਏਸ਼ਨ ਨੂੰ ਲੈ ਕੇ ਰਿਕਾਰਡ ਬਣਾਇਆ ਜਾ ਰਿਹਾ ਹੈ। ਚਾਰ ਇੰਗਰੀਡੀਐਂਟਸ ਦੇ ਨਾਲ 310 ਤਰ੍ਹਾਂ ਦੀਆਂ ਚਟਨੀਆਂ ਬਣਾਈਆਂ ਗਈਆਂ ਨੇ। ਦੱਸ ਦਈਏ ਕਿ ਆਮਲਾ, ਕੁੰਦਰੂ, ਧਨੀਆ ਤੇ ਪੁਦੀਨੇ ਦਾ ਇਸਤੇਮਾਲ ਕਰਕੇ 310 ਤਰ੍ਹਾਂ ਦੀਆਂ ਚਟਨੀਆਂ ਬਣਾਈਆਂ ਨੇ। ਮੇਰੇ ਨਾਲ ਇਸ ਸਮੇਂ ਐਨਐਫਸੀਆਈ ਦੇ ਸਟੂਡੈਂਟਸ ਮੌਜੂਦ ਨੇ। ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮੈਮ, ਕੀ ਨਾਮ ਹੈ ਆਪਣਾ? चेष्टा आनंद। ਮੈਮ, ਕਿੰਨੇ ਦੇਰ ਹੋ ਚੁੱਕੀ ਹੈ ਇਸ ਇੰਸਟੀਚਿਊਟ ਦੇ ਵਿੱਚ ਤੁਹਾਨੂੰ? 1 ईयर हो चुका है। मैम, जो एक रिकॉर्ड अटेम्प्ट किया जा रहा है उसके बारे में जानना चाहनी है कि चार इंग्रेडिएंट्स का इस्तेमाल किया तो 310 तरह दी चटनियां जड़ियां ने बनाई गई ने। इसके बारे में थोड़ी जानकारी दो। हाँ, इसमें मेन इंग्रेडिएंट्स जो थे हमारे आंवला, कुंदरू और कोरिएंडर, मिंट था। इसमें हमने वेरिएशंस किए, जैसे अनियन डाल दो आप या बीट रूट डाल दो, तो फिर वो अलग अलग चटनी के नाम आ जाते हैं। कितनी देर लगी है इस पूरी तैयारी ਨੂੰ? ਕਿੰਨਾ ਸਮਾਂ ਤੁਸੀਂ ਤੁਹਾਡੇ ਵੱਲੋਂ ਆਈਡੀਆਜ਼ ਜਨਰੇਟ ਕਰਨ ਨੂੰ ਲੱਗਿਆ ਸੀ? ये इसकी प्लानिंग हमारी एक्चुअली 1.5 मंथ से हो रही थी, बट जो हिमाचल में वो फ्लड वगैरह आया तो उसकी वजह से इसे पोस्टपोन करना पड़ा। तो फिर फाइनली ये हमने 5 डेज में प्रिपरेशन की है पूरी। ਮੈਮ, ਜੇ ਮੈਂ ਗੱਲ ਕਰਾਂ ਤਾਂ ਕੁੰਦਰੂ, ਮੇਰੇ ਹਿਸਾਬ ਨਾਲ, ਮੇਰੀ ਨੌਲੇਜ ਦੇ ਅਕੋਰਡਿੰਗ, ਕੁੰਦਰੂ ਜਿਹੜਾ ਹੈ ਉਹ ਹਿਮਾਚਲ ਦੀ ਉੱਥੋਂ ਦੀ ਸਬਜ਼ੀ ਹੈ। ਤਾਂ ਉਹ ਇੱਥੇ ਕਿੱਦਾਂ ਪੰਜਾਬ ਦੇ ਵਿੱਚ ਸੋਚਿਆ ਕਿ ਕੁੰਦਰੂ ਦਾ ਇਸਤੇਮਾਲ ਕੀਤਾ ਜਾਵੇ? ये एक्चुअली हमें मतलब हेड ऑफिस से ये इंग्रेडिएंट्स आए थे, बट ये आम मिल जाते हैं। ओके, ਤੇ ਕਿਹੜੀਆਂ ਚੀਜ਼ਾਂ ਦਾ ਇਸਤੇਮਾਲ ਕਰਕੇ ਕੀ ਬਣਾਇਆ ਗਿਆ? ਥੋੜੀ ਇਹਦੇ ਬਾਰੇ में डिटेल ਦੱਸੋ ਕਿ ਇਹਦੇ ਵਿੱਚ ਕੀ ਇਸਤੇਮਾਲ ਕੀਤਾ ਹੈ, ਇਸ ਦੇ ਵਿੱਚ ਕੀ ਇਸਤੇਮਾਲ ਕੀਤਾ। ਕਲਰ ਦੇ ਵਿੱਚ ਬਹੁਤ ਮਤਲਬ ਦੇਖਣ ਦੇ ਵਿੱਚ ਇੱਕ ਤਾਂ ਡਿਲੀਸ਼ੀਅਸ ਲੱਗ ਰਹੇ ਨੇ, ਉੱਦਾਂ ਵੀ ਬਹੁਤ ਮਾਊਥ ਵਾਟਰਿੰਗ ਡਿਸ਼ਸ ਲੱਗ ਰਹੀਆਂ ਨੇ। ਚਟਨੀਜ਼ ਜਿਹੜੀਆਂ ਨੇ ਅਲੱਗ-ਅਲੱਗ ਲੱਗ ਰਹੀਆਂ ਨੇ, ਤੇ ਮੈਂ ਇਹਦੇ ਬਾਰੇ ਜਾਣਨਾ ਚਾਹੁੰਦੀ ਹਾਂ। जिंजर चटनी है, इसमें हमने कुंदरू यूज़ किया है, कुंदरू कोरिएंडर चटनी। और फिर ये आगे आगे वेरिएशंस जा रही हैं, किसी में अनियन यूज़ हो रहा है, किसी में कोरिएंडर का यूज़ हो रहा है, मिंट का यूज़ हो रहा है। ਉਹਨਾਂ ਦੇ ਕਲਰਸ ਬੜੇ ਡਿਫਰੈਂਟ ਨੇ। ਇੱਕ ਉਹਦਾ ਕਲਰ ਬਹੁਤ ਅਟਰੈਕਟਿੰਗ ਲੱਗ ਰਿਹਾ, ਉਹ पर्पल वाले ਦਾ। ਉਹਦੇ ਬਾਰੇ ਮੈਂ ਜਾਣਨਾ ਚਾਹੁੰਦੀ ਹਾਂ ਕਿ ਉਹ ਜਿਹੜਾ ਜਾਮੁਨੀ ਸ਼ੇਡ ਦਾ ਹੈ ਉਸ ਦੇ ਵਿੱਚ ਕੀ ਇਸਤੇਮਾਲ ਕੀਤਾ ਹੈ। उसमें हमने बीट रूट यूज़ किया, क्योंकि बीट रूट का नेचुरल कलर होता है, तो वो हमने नेचुरल कलर्स दिए इसमें। ਤੇ ਉਹ ਜਿਹੜਾ ਉਹ ਗ੍ਰੀਨ ਕਲਰ ਹੈ ਉਹ ਵੀ ਇੱਕ ਅਲੱਗ ਜਿਹਾ, ਬਾਕੀ ਕਲਰਸ ਤਾਂ ਮਤਲਬ ਨਾਰਮਲ ਆਪਾਂ ਚਟਨੀਜ਼ ਵੇਖਦੇ ਹੀ ਆ, ਪਰ ਉਹ ਵੀ ਥੋੜਾ ਯੂਨੀਕ ਜਿਹਾ ਕਲਰ ਹੈ, ਥੋੜਾ ਦੂਸਰੀ ਸ਼ੇਡ ਹੈ। ਉਹ ਕਲਰ ਕੀ ਹੈ? ਉਹ ਕਿਹੜੀ ਵੇਰੀਏਸ਼ਨ ਹੈ? उसमें कुंदरू भी ग्रीन कलर का है और फिर मिंट यूज़ किया, तो फिर वो उसका कॉम्बिनेशन है। ਇਹ ਸਾਰੇ ਆਈਡੀਆਜ਼ ਤੁਹਾਨੂੰ ਖੁਦ ਇੰਸਟੀਚਿਊਟ ਦੇ ਵੱਲੋਂ ਦਿੱਤੇ ਗਏ ਸੀ ਜਾਂ ਤੁਹਾਡੇ ਵੱਲੋਂ ਵੀ ਕੁਝ ਐਡ ਆਨ ਕੀਤਾ ਗਿਆ ਸੀ? हमें इंस्टीट्यूट से भी हेल्प मिली, और बाकी मम्मा वगैरह वो भी बनाते रहते, तो उनसे हेल्प ली। बाकी थोड़ा इंटरनेट। ਅੱਛਾ, ਦਾਦੀ ਮੰਮੀ ਤੋਂ ਕਿੰਨੇ ਸਲਾਹ ਲਿੱਤੀ ਸੀਗੀ ਕਿ ਕਿਸ ਤਰ੍ਹਾਂ ਦਾ ਬਣਾਏ? ਕਿਉਂਕਿ ਸਾਡੇ ਜਿਹੜੇ ਦਾਦੀਆਂ ਨੇ ਜਾਂ ਫਿਰ ਨਾਨੀ ਨੇ ਜਾਂ ਮੰਮਾ ਨੇ, ਉਹ ਅਲੱਗ-ਅਲੱਗ ਵੇਰੀਏਸ਼ਨਸ ਅਲੱਗ-ਅਲੱਗ ਚੀਜ਼ਾਂ ਦੇ ਵਿੱਚ ਐਡ ਕਰਦੇ ਰਹਿੰਦੇ ਨੇ ਕਿ ਮੇਰਾ ਬੱਚਾ ਆਹ ਚੀਜ਼ ਨਹੀਂ ਖਾਂਦਾ, ਇਹਦੇ ਵਿੱਚ ਆਹ ਪਾ ਦਈਏ ਤਾਂ ਬੱਚੇ ਖਾ ਲੈਣਗੇ। ਤਾਂ ਕਿਹੜੀ ਤੁਹਾਨੂੰ ਲੱਗਦਾ ਕਿ ਤੁਹਾਡੇ ਮਦਰ ਦੀ ਜਾਂ ਫਿਰ ਤੁਹਾਡੇ ਦਾਦੀ ਦੀ ਰੈਸਪੀ ਹੈ? एक्चुअली मैंने तो अपने मम्मा से हेल्प ली है, क्योंकि उन्हें ज़्यादा अच्छे कॉम्बिनेशंस पता है, हमें इतने नहीं पता अभी, तो बस हेल्प ली है उनसे मैंने। ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਸਟੂਡੈਂਟਸ ਦੇ ਵੱਲੋਂ 310 ਤਰ੍ਹਾਂ ਦੀਆਂ ਚਟਨੀਆਂ ਜਿਹੜੀਆਂ ਨੇ ਬਣਾਈਆਂ ਗਈਆਂ ਨੇ। ਚਾਰ ਇਹਨਾਂ ਦੇ ਵੱਲੋਂ ਇੰਗਰੀਡੀਐਂਟਸ ਦਾ ਇਸਤੇਮਾਲ ਕੀਤਾ ਗਿਆ। ਚਾਰ ਇੰਗਰੀਡੀਐਂਟਸ ਨੇ ਤੇ 310 ਤਰ੍ਹਾਂ ਦੀਆਂ ਚਟਨੀਆਂ ਨੇ। ਹੋਰ ਵੀ ਬੱਚੇ ਇੱਥੇ ਮੌਜੂਦ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਵੱਲੋਂ ਕੀ ਕੁਝ ਵੇਰੀਏਸ਼ਨਸ ਕੀਤੇ ਗਏ ਨੇ। ਕਿਉਂਕਿ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਚੁਕੰਦਰ ਪਾਇਆ ਗਿਆ, ਕਿਸੇ ਦੇ ਵੱਲੋਂ ਪਿਆਜ਼ ਦਾ ਇਸਤੇਮਾਲ ਕੀਤਾ, ਇਸ ਦੇ ਵਿੱਚ ਅਦਰਕ ਦਾ ਇਸਤੇਮਾਲ ਕੀਤਾ ਗਿਆ ਨਾਲ। ਤੇ ਬਹੁਤ ਸਾਰੇ ਚਟਨੀਆਂ ਜਿਹੜੀਆਂ ਬਣਾਈਆਂ ਗਈਆਂ ਨੇ। ਇਹਨਾਂ ਦੇ ਕਲਰ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਅਲੱਗ-ਅਲੱਗ ਕਲਰਸ ਦੇ ਨੇ, ਅਟਰੈਕਟਿਵ ਲੱਗ ਰਹੇ ਨੇ, ਕਿਉਂਕਿ ਬਹੁਤ ਸਾਰੀਆਂ ਚਟਨੀਆਂ ਮੈਂ ਤਾਂ ਪਹਿਲੀ ਵਾਰ ਵੇਖੀਆਂ ਨੇ ਕਿ ਇੰਨੇ ਵੇਰੀਏਸ਼ਨਸ ਦੀਆਂ ਹੁੰਦੀਆਂ ਨੇ ਚਾਰ ਇੰਗਰੀਡੀਐਂਟਸ ਦੇ ਨਾਲ। ਕੀ ਨਾਮ ਹੈ ਆਪਣਾ? आशा शर्मा। ਮੈਮ, ਇਹਨਾਂ ਵੇਰੀਏਸ਼ਨਸ ਦੇ ਬਾਰੇ ਦੱਸੋ ਕਿ ਤੁਹਾਡੇ ਵੱਲੋਂ ਚਾਰ ਹੀ ਜਿਹੜੇ ਇੰਗਰੀਡੀਐਂਟਸ ਦਾ ਇਸਤੇਮਾਲ ਕੀਤਾ ਗਿਆ ਸੀ, ਤੇ ਕੀ ਕੁਝ ਵੇਰੀਏਸ਼ਨਸ ਜਿਹੜੇ ਨੇ ਇਸ ਦੇ ਵਿੱਚ ਕੀਤੇ ਹੋਏ ਨੇ ਇਸਤੇਮਾਲ? आंवला और कुंदरू का यूज़ हुआ है। आंवला से बीटरूट चटनी बनी है, आंवला से कोरिएंडर चटनी बनी है, लीव्स उसके कोरिएंडर लीव्स हुए हैं, मिंट लीव्स यूज़ हुए हैं, रेड चिली पाउडर यूज़ हुआ है। ਮੈਮ, ਇਸ ਮੈਂ ਰਿਕਾਰਡ ਦਾ ਪਰਪਸ ਜਾਣਨਾ ਚਾਹੁੰਦੀ ਹਾਂ ਕਿ ਤੁਹਾਡੇ ਵੱਲੋਂ ਇੱਕ ਰਿਕਾਰਡ ਮੇਨਟੇਨ ਕਰਨ ਦੇ ਲਈ ਇੱਕ ਇਹਨੂੰ ਬਣਾਇਆ ਗਿਆ ਜਾਂ ਫਿਰ ਇਸ ਤੋਂ ਬਾਅਦ ਇਸ ਦਾ ਅੱਗੇ ਕੋਈ ਫਰਦਰ ਯੂਜ਼ ਕੀਤਾ ਜਾਵੇਗਾ? हाँ जी, ये तो एक तो रिकॉर्ड भी है, एक ये हेल्थ के लिए भी अच्छी होती है। बाय कोई भी डायबिटिक पर्सन को भी ये दे सकते हैं हम। ਜੋ ਡਾਇਬਟਿਕ ਦੇ ਨਾਲ ਦਿੱਕਤ ਹੈ, ਸ਼ੂਗਰ ਦੀ ਪ੍ਰੋਬਲਮ ਹੈ, ਉਹਨਾਂ ਲਈ ਵੀ ਇਹ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹਨਾਂ ਦੇ ਵੇਰੀਏਸ਼ਨਸ ਦੇ ਵਿੱਚ ਮੈਂ ਥੋੜਾ ਜਿਹਾ ਇਹਦੇ ਵਿੱਚੋਂ ਇੱਕ ਦੋ ਦੱਸੋ ਕਿ ਕਿਹਦਾ ਕੀ ਇਸਤੇਮਾਲ ਕੀਤਾ ਗਿਆ ਇਸ ਦੇ ਵਿੱਚ? एक्चुअली मेरी तो है आंवला एंड बीटरूट चटनी। तो आंवला एंड बीटरूट का ये है कि बीटरूट से जो है ब्लड बढ़ता है, एंड आंवला जो है वो ब्लड को प्यूरिफाई करती है।
तो इससे ये है कि अब जैसे रेनी सीजन है तो उसमें डायरिया वगैरह का होना होता है, तो उससे डायरिया कम होएगा। ਮਤਲਬ ਹੈਲਥ ਦਾ ਵੀ ਨਾਲ ਨਾਲ ਧਿਆਨ ਰੱਖਿਆ ਗਿਆ, ਸਵਾਦ ਦੇ ਨਾਲ ਨਾਲ ਹੈਲਥ ਦਾ ਧਿਆਨ ਰੱਖਿਆ ਜਾ ਰਿਹਾ ਹੈ। ਅੱਛਾ, ਮੈਂ ਜਾਣਨਾ ਚਾਹੁੰਦੀ ਹਾਂ ਕਿ ਆਪਣੀ ਮੰਮਾ ਦੀ ਹੈਲਪ ਕਿਹਨਾਂ ਨੇ ਲਿੱਤੀ ਹੈ? ਕਿਉਂਕਿ ਸਾਡੇ ਦਾਦੀ ਨਾਨੀ ਦੀ ਰੈਸਪੀਜ਼ ਅਲੱਗ ਹੁੰਦੀਆਂ ਨੇ, ਉਹ ਹਰ ਇੱਕ ਚੀਜ਼ ਦੇ ਵਿੱਚ ਥੋੜੀ ਵੇਰੀਏਸ਼ਨ ਕਰ ਦਿੰਦੀਆਂ ਨੇ ਕਿ ਸਾਡੇ ਬੱਚੇ ਨੂੰ ਇਹ ਚੀਜ਼ ਨਹੀਂ ਪਸੰਦ, ਆਪਾਂ ਆ ਕਰ ਦਿੰਦੇ ਆ। ਤੇ ਦਾਦੀ ਨਾਨੀ ਦਾ ਦੀ ਰੈਸਿਪੀ ਦਾ ਇਸਤੇਮਾਲ ਕਿਹਨੇ ਕੀਤਾ ਹੈ? मैंने मम्मी की हेल्प ली है अपने, तो मेरे को जो 2 चटनियाँ मैंने बनाई है वो मम्मी की हेल्प से बनाई। ਸਾਡੀ ਕਿਹੜੇ ਵਾਲੀ ਹੈ ਇਹਦੇ ਵਿੱਚੋਂ? मेरी है आंवला एंड बीटरूट एंड आंवला एंड कोरिएंडर। ਤੇ ਅਲੱਗ-ਅਲੱਗ ਚਟਨੀਆਂ ਜਿਹੜੀਆਂ ਨੇ 310 ਤਰ੍ਹਾਂ ਦੀਆਂ ਨੇ, ਤੁਸੀਂ ਮੇਰੇ ਕੋਲ ਦੇਖ ਸਕਦੇ ਹੋ ਕਿ ਅਲੱਗ-ਅਲੱਗ ਕਲਰ ਨੇ, ਅਲੱਗ-ਅਲੱਗ ਚੀਜ਼ਾਂ ਦਾ ਇਸਤੇਮਾਲ ਇਸ ਦੇ ਵਿੱਚ ਕੀਤਾ ਹੈ ਕਿ 4 ਮੇਨ ਇੰਗਰੀਡੀਐਂਟਸ ਰੱਖੇ ਹੋਏ ਨੇ। ਆਂਵਲਾ ਹੈ, ਕੁੰਦਰੂ ਹੈ, ਪੁਦੀਨਾ ਹੈ, ਧਨੀਆ ਹੈ, ਤੇ ਇਸ ਵਿੱਚ ਹੋਰ ਚੀਜ਼ਾਂ ਜਿਹੜੀਆਂ ਨੇ ਪਾਈਆਂ ਗਈਆਂ ਨੇ, ਜਿਵੇਂ ਐਡ ਔਨ ਕੀਤਾ ਕਿਸੇ ਨੇ ਚੁਕੰਦਰ ਪਾਈ ਹੈ, ਅਦਰਕ ਪਾਇਆ, ਪਿਆਜ਼ ਦਾ ਇਸਤੇਮਾਲ ਕੀਤਾ ਤੇ ਅਲੱਗ-ਅਲੱਗ ਪ੍ਰੋਡਕਟਸ ਜਿਹੜੇ ਨੇ ਇਸ ਦੇ ਨਾਲ ਬਣਾਏ ਗਏ ਨੇ, ਅਲੱਗ-ਅਲੱਗ ਚਟਨੀਆਂ ਜਿਹੜੀਆਂ ਨੇ ਬਣਾਈਆਂ ਗਈਆਂ ਨੇ। ਤੇ ਮੇਰੇ ਨਾਲ ਇੱਕ ਹੋਰ ਸਟੂਡੈਂਟ ਮੌਜੂਦ ਹੈ, ਗੱਲਬਾਤ ਕਰਦੇ ਹਾਂ। ਮੈਮ ਕੀ ਨਾਮ ਹੈ ਆਪਣਾ? ਗੁਰਦੇਵ ਕੌਰ। ਮੈਮ ਕਿੰਨੇ ਦੇਰ ਹੋ ਗਈ ਹੈ ਤੁਹਾਨੂੰ ਇਸ ਇੰਸਟੀਚਿਊਟ ਦੇ ਵਿੱਚ? ਮੈਨੂੰ 15 to 16 days। ਹਾਂਜੀ। ਮੈਮ ਪ੍ਰੈਪਰੇਸ਼ਨ ਕਿੰਨੇ ਸਮੇਂ ਤੋਂ ਕਰ ਰਹੇ ਸੀ ਇਸ ਰਿਕਾਰਡ ਦੀ? ਮੈਮ ਕਾਫੀ ਟਾਈਮ ਤੋਂ ਪਹਿਲੇ ਹੀ ਸਾਡਾ ਪੋਸਟਪੋਨ ਵੀ ਹੋ ਗਿਆ ਸੀਗਾ, ਬਟ ਹੁਣ ਦੁਬਾਰਾ 2 or 3 days। ਮੈਡਮ ਕੀ ਜਿੱਦਾਂ 4 ਇੰਗਰੀਡੀਐਂਟਸ ਨੇ ਮੇਨ ਇਸਤੇਮਾਲ ਕੀਤੇ ਨੇ, ਵਿੱਚ ਉਸ ਦੇ ਵਿੱਚ ਹੋਰ ਵੇਰੀਏਸ਼ਨਸ ਕੀਤੇ ਨੇ, ਕਿਸੇ ਨੇ ਚੁਕੰਦਰ ਦਾ ਇਸਤੇਮਾਲ ਕੀਤਾ ਹੈ, ਅਦਰਕ ਦਾ ਇਸਤੇਮਾਲ ਕੀਤਾ, ਤੁਹਾਡੇ ਵੱਲੋਂ ਕੀ ਕੁਝ ਇਸ ਦੇ ਵਿੱਚ ਯੂਜ਼ ਕੀਤਾ ਗਿਆ? ਜਿਵੇਂ ਕਿ ਸਾਡੀ ਜ਼ਿਆਦਾ ਆਪਾਂ ਟੋਮੈਟੋ, ਵਿੱਚ ਜੈਗਰੀ, ਮੇਨ ਪੁਦੀਨਾ ਔਰ ਕੋਰੀਐਂਡਰ ਵਗੈਰਾ ਸਾਰਾ। ਮੈਮ ਇਹਦੇ ਵਿੱਚ ਮੈਂ ਥੋੜਾ ਦੱਸੂੰਗੀ ਕਿ ਕਿਹੜੀ ਚਟਨੀ ਦੇ ਵਿੱਚ ਕੀ ਇਸਤੇਮਾਲ ਕੀਤਾ ਗਿਆ? ਮੈਮ ਜਿਵੇਂ ਕਿ ਇਹ ਕੋਕੋਨਟ ਮੇਨ ਚਟਨੀ ਹੈ, ਇਹਦੇ ਵਿੱਚ ਮੇਨ ਕੋਕੋਨਟ ਦਾ ਯੂਜ਼ ਕੀਤਾ ਗਿਆ ਹੈ ਔਰ ਕਾਫੀ ਜ਼ਿਆਦਾ ਨੇ ਜੈਗਰੀ ਦਾ ਯੂਜ਼ ਕੀਤਾ ਹੈ। ਸਪਾਈਸੀ ਚਟਨੀ, ਸਪਾਈਸਿਸ ਵਾਸਤੇ ਚਿਲੀਜ਼ ਦਾ ਯੂਜ਼ ਕੀਤਾ ਗਿਆ ਹੈ। ਹੋਰ ਕਿਹੜੀ ਚੀਜ਼ਾਂ ਦਾ ਇਸਤੇਮਾਲ ਹੈ ਇਸ ਦੇ ਵਿੱਚ? ਆ ਕਿਸ ਚੀਜ਼ ਦੀ ਚਟਨੀ ਹੈ? ਮੈਂ ਅਨੀਅਨ ਔਰ ਪੁਦੀਨੇ ਦੀ। ਮੈਮ ਇੱਕ ਗੱਲ ਮੈਂ ਹੋਰ ਜਾਣਨਾ ਚਾਹੁੰਦੀ ਹਾਂ, ਜਿਵੇਂ ਕੁੰਦਰੂ ਦੀ ਆਪਾਂ ਜਦੋਂ ਗੱਲ ਸੁਣਦੇ ਹਾਂ ਕਿ ਉਹ ਹਿਮਾਚਲ ਦੀ ਸਪੈਸ਼ਲ ਆਪਾਂ ਮੰਨਦੇ ਹਾਂ ਕਿ ਉਹ ਵੈਜੀਟੇਬਲ ਉੱਥੋਂ ਦੀ ਹੈ, ਤਾਂ ਕਿਵੇਂ ਆਈਡੀਆ ਆਇਆ ਕਿ ਕੁੰਦਰੂ ਦਾ ਇਸਤੇਮਾਲ ਕੀਤਾ ਜਾਵੇ? ਵੈਸੇ ਜੋ ਸਾਡਾ ਮੇਨ ਬੇਸ ਹੈ ਕੋਰੀਐਂਡਰ ਐਂਡ ਮਿੰਟ ਹੈ। ਕੁੰਦਰੂ ਜੋ ਮੁਕਤਸਰ ਦਾ ਬ੍ਰਾਂਚ ਹੋਣਾ ਹੈ। ਹਾਂਜੀ। ਤੁਹਾਡੇ ਵੱਲੋਂ ਕਿਹੜੇ ਦੋ ਚੀਜ਼ਾਂ ਦਾ ਇਸਤੇਮਾਲ ਕੀਤਾ ਹੈ? ਕੋਰੀਐਂਡਰ ਐਂਡ ਮਿੰਟ। ਠੀਕ ਹੈ। ਤੇ ਇਸ ਦੇ ਵਿੱਚ ਬੀਟਰੂਟ ਐਡ ਕੀਤਾ ਗਿਆ? ਯੈਸ ਮੈਮ। तो ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਵੇਰੀਏਸ਼ਨਸ ਦਾ ਇਸਤੇਮਾਲ ਕਰਕੇ ਤਰ੍ਹਾਂ ਦੀਆਂ ਚਟਨੀਆਂ ਜਿਹੜੀਆਂ ਇਹਨਾਂ ਬਣਵਾਈਆਂ, ਇਹਨਾਂ ਦੇ ਵੱਲੋਂ ਬਣਾਈਆਂ ਗਈਆਂ ਨੇ। ਇੱਕ ਰਿਕਾਰਡ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਕਿ NFCI ਦੇ ਵੱਲੋਂ ਪਹਿਲਾਂ ਵੀ ਬਹੁਤ ਸਾਰੇ ਰਿਕਾਰਡ ਜਿਹੜੇ ਨੇ ਬਣਾਏ ਗਏ ਨੇ, ਤੇ ਇੱਕ ਹੋਰ ਰਿਕਾਰਡ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। 4 ਇੰਗਰੀਡੀਐਂਟਸ ਦਾ ਮੇਨ ਇਸਤੇਮਾਲ ਕੀਤਾ ਗਿਆ ਹੈ। ਆਂਵਲੇ ਦਾ ਇਸਤੇਮਾਲ ਕੀਤਾ ਹੈ, ਔਲੇ ਦਾ ਇਸਤੇਮਾਲ ਕੀਤਾ ਗਿਆ ਹੈ, ਧਨੀਏ ਦਾ ਇਸਤੇਮਾਲ ਕੀਤਾ ਹੈ, ਪੁਦੀਨੇ ਦਾ ਇਸਤੇਮਾਲ ਕੀਤਾ ਹੈ, ਕੁੰਦਰੂ ਦਾ ਇਸਤੇਮਾਲ ਕੀਤਾ ਹੈ। 4 ਇੰਗਰੀਡੀਐਂਟਸ ਨੇ ਜਿਨ੍ਹਾਂ ਦੇ ਇਸਤੇਮਾਲ ਦੇ ਨਾਲ 310 ਤਰ੍ਹਾਂ ਦੀਆਂ ਚਟਨੀਆਂ ਜਿਹੜੀਆਂ ਨੇ ਇਹਨਾਂ ਸਟੂਡੈਂਟਸ ਦੇ ਵੱਲੋਂ ਤਿਆਰ ਕੀਤੀਆਂ ਗਈਆਂ ਨੇ। ਮੇਰੇ ਨਾਲ NFCI ਦੀ ਡਾਇਰੈਕਟਰ ਅੰਜਨਾ ਜੋਸ਼ੀ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਮੈਮ ਸਭ ਤੋਂ ਪਹਿਲਾਂ ਤਾਂ ਬਹੁਤ ਸਵਾਗਤ ਹੈ। ਤੁਹਾਡੇ ਸਟੂਡੈਂਟਸ ਦੇ ਵੱਲੋਂ ਇੱਕ ਨਵਾਂ ਰਿਕਾਰਡ ਬਣਾਇਆ ਗਿਆ ਹੈ, ਕਿੰਨੇ ਤਰ੍ਹਾਂ ਦੀਆਂ ਚਟਨੀਆਂ ਜਿਹੜੀਆਂ ਉਹਨਾਂ ਵੱਲੋਂ ਬਣਾਈਆਂ ਗਈਆਂ ਨੇ, ਉਸ ਦੇ ਬਾਰੇ ਥੋੜੀ ਜਾਣਕਾਰੀ ਦਿਓ। जी आज हम लोगों ने एक्चुअली अटेम्प्ट ऑफ रिकॉर्ड किया है, जिसके अंदर में हम लोगों ने 2201 चटनी बनाया है, जिसमें हमारे सारे सेंटर्स ऑल टुगेदर 15 सेंटर्स अलग अलग जगह से, अलग अलग रीजन से, जैसे कि पंजाब के अंदर में हमारे 5 सेंटर्स फ्रॉम जालंधर, मकसूदा, अमृतसर, लुधियाना, पटियाला एंड चंडीगढ़। इसी तरीके से हिमाचल के अंदर में हमारे सेंटर्स, जैसे आप देख सकते हैं हमारा है सोलन के अंदर में, बरसर मेहरे के अंदर में, और फिर कांगड़ा में है, देन मंडी के अंदर में है, चंबा में है। तो ये सारे सेंटर्स सारे मौजूद थे। और फिर हमारे यूपी के अंदर में 2 सेंटर्स हैं, लखनऊ एंड वाराणसी, एंड हरियाणा के अंदर में 1 सेंटर है करनाल, और फिर उसके बाद में हम लोग चलते हैं बेलगांव कर्नाटका। तो सबको अलग अलग इंग्रेडिएंट दिया गया था, अलग अलग तरीके से बताया गया था कि ये इंग्रेडिएंट डालकर आप किस तरीके की वैरायटी क्रिएट कर सकते हैं। मतलब बच्चों के लिए भी बहुत इनोवेशन थी कि हम लोग क्या क्या ट्राई कर सकते हैं, और जितना बच्चों ने ट्राई करा उससे तो लगता है कि 2000 भी कम है, हम तो और ज़्यादा कर सकते थे। तो इस तरीके से मतलब ये जिसे कहते हैं ना कि एक मोटिवेशनल फैक्टर रहता है स्टूडेंट्स को कुछ नया सिखाने के लिए, एंड एक टीम बिल्डिंग भी हो जाती है जब स्टूडेंट के अपना एक घर में जाते हैं, घर में बोलते हैं कि यस हमारे को ये बनाना है वहाँ जाकर,
बनाकर, और हम क्या क्या अपनी इंग्रेडिएंट्स एकदम दादी नानी अलग अलग लोगों से, बुआ चाची सबसे रेसिपीज लेते हैं और वो बनाते हैं आगे। ਮੈਮ ਫਿਰ ਇੱਕ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਪੰਜਾਬ ਦੇ ਨਾਲ ਬਾਕੀ ਸੂਬੇ ਵੀ ਅੱਜ ਅਲੱਗ-ਅਲੱਗ ਸਵਾਦ ਦੇਖਣ ਨੂੰ ਮਿਲ ਰਿਹਾ ਸੀ ਇੱਥੇ। बिल्कुल, क्योंकि पूरे इंडिया के अंदर में हम लोग फैले हुए हैं, तो पूरे इंडिया से सब लोगों ने अलग अलग तरीके की चटनी बनाई। तो जिसे कहते हैं ना, अब अनार की चटनी, किसी ने दही बेस्ड चटनी बनाया, किसी ने बीट रूट का बनाया, किसी ने नारियल का बनाया, किसी ने दही का बनाया, किसी ने अलग मतलब बहुत ही अलग इंग्रेडिएंट भी जो वहाँ का पर्टिकुलर बिच्छू बुटी होता है उसका इंग्रेडिएंट को लेकर बनाया। अब कर्नाटका के अंदर में बहुत ज़्यादा कोकोनट होता है, तो कच्चा नारियल, पक्का नारियल, सारे के सारे उन सब नारियल से लेकर बनाया। अच्छा, मतलब बहुत ही अच्छा। मैंने तो मतलब यहाँ तक देखा कि जो हमारा वहाँ का यूपी के सेंटर्स हैं, उन्होंने वहाँ की पर्टिकुलर एक डिश है उसको लेकर बनाया, उसके इंग्रेडिएंट को लेकर बनाया और बहुत ही उम्दा तरीके से बनाया उसको। ਮੈਮ ਕਿੰਨਾ ਪ੍ਰੈਪਰੇਸ਼ਨ ਨੂੰ ਸਮਾਂ ਲੱਗਿਆ ਸੀ ਇਸ ਦਾ, ਕਿਵੇਂ ਆਈਡੀਆ ਆਇਆ ਕਿ ਚਟਨੀਜ਼ ਦੇ ਉੱਪਰ ਹੀ ਜਿਹੜਾ ਹੈ एक्सपेरिमेंट किया जावे, ते कितना समय लग गया इस पूरे रिकॉर्ड के लिए? देखिए, रिकॉर्ड कायम करने के लिए तो हम लोगों को जो टाइम लगा, बच्चों को जो चटनी बनाने में जितना टाइम लगना चाहिए उतना लगा। एंड साथ में ही इन लोगों ने जब इसको प्रेजेंट करा, ये जो हमने रिकॉर्ड कायम करा प्रेजेंटेशन का, तो प्रेजेंटेशन 75 मिनट्स के अंदर में हमने ऑल 15 सेंटर्स के अंदर में ये प्रेजेंटेशन तैयार किया गया। जी, ये भी अपने आप में एक रिकॉर्ड है कि 75 मिनट्स में आप कैसे एक साथ फटाफट से रेसिपीज को प्रेजेंट कर सकते हैं, तो वो रेसिपीज को उन्होंने प्रेजेंट करा। थैंक यू वेरी मच। ਤੇ ਅਸੀਂ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ NFCI ਦੀਆਂ, ਜਿੱਥੇ ਕਿ ਇੱਕ ਰਿਕਾਰਡ ਅਟੈਂਪਟ ਕੀਤਾ ਗਿਆ 2201 ਤਰ੍ਹਾਂ ਦੀਆਂ ਚਟਨੀਆਂ ਜਿਹੜੀਆਂ ਨੇ ਬਣਾਈਆਂ ਗਈਆਂ ਨੇ ਵੱਖ-ਵੱਖ ਸੂਬਿਆਂ ਤੋਂ। ਜਿਹੜੇ NFCI ਦੇ ਸਟੂਡੈਂਟਸ ਨੇ ਉਹਨਾਂ ਦੇ ਵੱਲੋਂ ਇਹ ਰਿਕਾਰਡ ਅਟੈਂਪਟ ਕੀਤਾ ਗਿਆ ਤੇ ਤਸਵੀਰਾਂ ਅਸੀਂ ਤੁਹਾਨੂੰ ਇਸ ਰਿਕਾਰਡ ਦੀਆਂ ਦਿਖਾਈਆਂ ਨੇ। ਕੈਮਰਾਮੈਨ ਤਰੁਣ ਦੇ ਨਾਲ ਅੰਸ਼ ਚੱਡਾ, ਪੰਜਾਬ ਬੁਲਟਨ ਜਲੰਧਰ।